ਸਤਨਾਮ ਸ਼੍ਰੀ ਵਾਹਿਗੁਰੂ ਜੀ। ਪਹਿਨਾਸਨ ਦੁਰਮਤ ਹਰਨ, ਕਲ ਮੈਂ ਹਰ ਕੋ ਨਾਮ। ਨਿਸ ਦਿਨ ਜੋ ਨਾਨਕ ਭਜੈ, ਸਫਲ ਹੋਏ ਤਿਹ ਕਾਮ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰਥ ਕੀਨ। ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਅਮਿ ਦ੍ਰਿਸ਼ਟ ਸੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਹਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ। ਗੁਰ ਨਵ ਨਿਧ ਦਰਿਆਓ, ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਂਧੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਖ ਦੁਖ ਜਿਹ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਸੁਖ ਦੁਖ ਜਿਹ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨਾ ਬੰਧੂ, ਕਿਰਪਾ ਦੇ ਸਾਗਰ, ਜਾਗਦੀ ਜੋਤ, ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਇਹ ਪਵਿੱਤਰ ਸਮਾਂ ਭਾਗਾਂ ਨਾਲ ਪ੍ਰਾਪਤ ਹੋਇਆ ਹੈ।
ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦਾ ਸ਼ਤਾਬਦੀ ਅਵਤਾਰ ਗੁਰਪੁਰਬ ਜਦੋਂ ਆਇਆ ਸੀ, ਬੜੇ ਪਿਆਰ ਨਾਲ ਸੰਗਤਾਂ ਨੇ ਸਤਿਗੁਰੂ ਜੀ ਦੀ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਬਾਣੀ ਦੀ ਕਥਾ ਸਰਵਣ ਕੀਤੀ, ਜੋ ਭੋਗ ਦੇ ਸ਼ਲੋਕ 12 ਸ਼ਲੋਕਾਂ ਤੱਕ ਕਥਾ ਹੋਈ ਸੀ। ਅੱਗੇ 13ਵਾਂ ਸ਼ਲੋਕ ਆਰੰਭ ਹੋ ਰਿਹਾ ਹੈ। ਮਹਾਰਾਜ ਜੀ ਦਾ ਹੁਣ ਸ਼ਹੀਦੀ ਪੁਰਬ ਹੈ। ਤੋ ਸਿੰਘਾਂ ਨੇ ਇਹ ਆਗਿਆ ਕੀਤੀ ਹੈ ਕਿ ਮਹਾਰਾਜ ਜੀ ਦੇ ਸ਼ਹੀਦੀ ਪੁਰਬ 'ਤੇ ਰੁਕੀ ਹੋਈ ਕਥਾ ਉਸ ਨੂੰ ਅੱਗੇ ਤੋਰੋ। ਸਤਿਗੁਰੂ ਮਹਾਰਾਜ ਮਿਹਰ ਕਰਨ, ਆਪ ਗਰੀਬ ਨਿਵਾਸ ਸੱਚੇ ਪਾਤਸ਼ਾਹ ਵਰਤ ਕੇ ਆਪਣੀ ਬਾਣੀ ਦੀ ਕਥਾ ਦੀ ਸੇਵਾ ਸਤਿਗੁਰੂ ਜੀ ਲੈਣ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਿੱਲੀ ਕਾਰਾਗ੍ਰਹਿ ਦੇ ਅੰਦਰ ਪਿੰਜਰੇ ਵਿੱਚ ਸਤਿਗੁਰਾਂ ਜੀ ਨੇ ਇਹ ਸਾਰੇ ਸਤਿਗੁਰਾਂ ਜੀ ਨੇ ਸ਼ਲੋਕ ਉਚਾਰਨ ਕੀਤੇ। ਸ੍ਰੀ ਅਨੰਦਪੁਰ ਸਾਹਿਬ ਸਿੱਖ ਦੇ ਹੱਥ ਸਤਿਗੁਰਾਂ ਜੀ ਨੇ ਇਹ ਸੁਨੇਹਾ ਭੇਜਿਆ। ਜਦੋਂ ਮਾਤਾ ਜੀ ਦੇ ਪ੍ਰੇਰਨਾ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਸਿੱਖ ਭੇਜਿਆ ਸੀ, ਬੇਨਤੀ ਕੀਤੀ ਸੀ, ਮਹਾਰਾਜ ਤੁਹਾਡੇ ਪਿਤਾ ਜੀ ਦਾ ਕੀ ਹਾਲ ਹੈ, ਇਹ ਜਾਣਨ ਲਈ ਸਾਡਾ ਮਨ ਬਹੁਤ ਇੱਛੁਕ ਹੋਇਆ ਹੈ। ਗੁਰੂ ਸਾਹਿਬ ਨੇ ਜਦੋਂ ਸਿੱਖ ਭੇਜਿਆ ਸ੍ਰੀ ਅਨੰਦਪੁਰ ਸਾਹਿਬ ਤੋਂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਦਿੱਲੀ ਆਇਆ ਸਿੱਖ ਸਤਿਗੁਰੂ ਜੀ ਨੂੰ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਕਾਰਾਗ੍ਰਹਿ ਵਿੱਚ ਖਲੋਤਿਆਂ ਵੇਖ ਕੇ ਸਿੱਖ ਬਰਾਗ ਕਰਨ ਲੱਗ ਗਿਆ। ਮਹਾਰਾਜ ਜੀ ਨੂੰ ਸੱਚੇ ਪਾਤਸ਼ਾਹ ਨੂੰ ਐਸੀ ਹਾਲਤ ਵਿੱਚ ਤੱਕਿਆ, ਸਿੱਖ ਆਤਮਾ 'ਤੇ ਬਹੁਤ ਉਸ ਵਕਤ ਚੋਟ ਲੱਗਦੀ ਹੈ ਜਦੋਂ ਉਸ ਦੇ ਇਸ਼ਟ ਗੁਰੂ ਦੇਵ ਦੇ ਉੱਪਰ ਕੋਈ ਕਸ਼ਟ ਹੋਵੇ। ਸੱਚੇ ਪਾਤਸ਼ਾਹ ਨੂੰ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਮੈਂ ਅਨੰਦਪੁਰ ਸਾਹਿਬ ਜਾ ਕੇ ਕੀ ਆਖਾਂ, ਆਪ ਜੀ ਕਿਸ ਹਾਲਤ ਵਿੱਚ ਹੋ। ਤਾਂ ਸਤਿਗੁਰਾਂ ਜੀ ਨੇ ਮੁਕਤ ਪੁਰਖ ਦੇ ਲੱਖਣ ਗਰੀਬ ਨਵਾਜ ਜੀ ਨੇ ਕਹੇ। ਬੈਰਾਗ ਦੇ ਧਾਰਨ ਨੂੰ ਸਤਿਗੁਰਾਂ ਨੇ ਆਗਿਆ ਕੀਤੀ, ਗਿਆਨਵਾਨ ਦਾ ਲੱਖਣ ਕਥਨ ਕੀਤਾ। ਇਹ ਸ਼ਲੋਕ ਸਤਿਗੁਰਾਂ ਜੀ ਨੇ ਉਸ ਸਮੇਂ ਸ੍ਰੀ ਅਨੰਦਪੁਰ ਸਾਹਿਬ ਨੂੰ ਭੇਜੇ ਸੀ, ਜਿਸ ਵਿੱਚ ਆਪਣੇ ਸ੍ਰੀ ਮਾਤਾ ਗੁਜਰ ਕੌਰ ਜੀ ਨੂੰ ਸੱਚੇ ਪਾਤਸ਼ਾਹ ਨੇ ਸੁਨੇਹਾ ਦਿੱਤਾ ਸੀ। ਆਪਣੇ ਮਾਤਾ ਸ੍ਰੀ ਮਾਤਾ ਨਾਨਕੀ ਜੀ ਨੂੰ ਸੱਚੇ ਪਾਤਸ਼ਾਹ ਨੇ ਸੁਨੇਹਾ ਦਿੱਤਾ ਸੀ। ਗਰੀਬ ਨਵਾਜ ਜੀ ਨੇ ਆਪਣੇ ਸਾਹਿਬਜ਼ਾਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਹਜ਼ੂਰ ਨੇ ਸ਼ਲੋਕ ਦੁਆਰਾ ਪਰਖ ਕਰਕੇ ਫਿਰ ਗੁਰਿਆਈ ਅਰਪਣ ਕੀਤੀ ਸੀ। ਸੱਚੇ ਪਾਤਸ਼ਾਹ ਨੇ 12 ਸ਼ਲੋਕ ਸੰਪੂਰਨ ਹੋਏ ਹੈ। 8 ਤਰੀਕ ਨੂੰ ਸਤਿਗੁਰਾਂ ਜੀ ਦਾ ਸ਼ਹੀਦੀ ਗੁਰਪੁਰਬ ਹੈ। ਮਹਾਰਾਜ ਜੀ ਨੂੰ ਪਾਇਆ ਤਾਂ ਉਦੋਂ ਤੱਕ ਸੰਪੂਰਨਤਾ ਹੋਵੇ। ਸੱਚੇ ਪਾਤਸ਼ਾਹ ਨੇ 12ਵੇਂ ਸ਼ਲੋਕ ਵਿੱਚ ਸਿੱਖਿਆ ਦਿੱਤੀ ਸੀ, ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਡੰਕੇ ਦੀ ਚੋਟ ਨਾਲ ਮਹਾਂਪੁਰਸ਼ ਕਹਿੰਦੇ ਹੈ ਕਿ 4 ਖਾਣੀਆਂ ਦੇ ਜਿੰਨੇ ਵੀ ਸਰੀਰ ਨੇ, ਸਭ ਸਰੀਰਾਂ ਦੇ ਅੰਦਰ ਵਾਹਿਗੁਰੂ ਦੀ ਜੋਤ ਬਿਰਾਜਮਾਨ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ, ਉਸ ਵਾਹਿਗੁਰੂ ਨੂੰ ਇਹ ਮੇਰੇ ਮਨਾ ਭਜਨ ਕਰ ਲੈ ਉਹਦਾ, ਕਹੋ ਨਾਨਕ ਤੇ ਭਜ ਮਨਾ, ਭਉ ਨਿਧ ਉਤਰਹਿ ਪਾਰ। ਇਹ ਜਿਹੜਾ ਭੈਦਾਇਕ ਸੰਸਾਰ ਸਮੁੰਦਰ ਹੈ, ਇਹਦੇ ਤੋਂ ਤੂੰ ਪਾਰ ਉਤਰ ਜਾਏਗਾ, ਤੇਰੀ ਸਦਗਤੀ ਹੋ ਜਾਵੇਗੀ ਜੇ ਤੂੰ ਵਾਹਿਗੁਰੂ ਦਾ ਨਾਮ ਜਪ ਲਵੇਂ। ਸਤਿਗੁਰੂ ਜੀ ਹੁਣ 13ਵੇਂ ਸ਼ਲੋਕ ਵਿੱਚ ਗਰੀਬ ਨਵਾਜ ਜੀ ਜੀਵਨ ਮੁਕਤ ਪੁਰਖ ਦੇ ਲੱਖਣ ਹੋਰ ਕਹਿੰਦੇ ਹੋਏ ਬਖਸ਼ਿਸ਼ ਕਰਦੇ ਹੈ। ਆਓ ਚਿੱਤ ਦੀ ਬਿਰਤੀ ਇਕਾਗਰ ਕਰਕੇ ਪਿਆਰ ਨਾਲ, ਸ਼ਰਧਾ ਨਾਲ ਮਹਾਰਾਜ ਜੀ ਦਾ ਅੰਮ੍ਰਿਤ ਉਪਦੇਸ਼ ਸਰਵਣ ਕਰੀਏ।
ਹਜੂਰ ਦੇ ਸ਼ਾਂਤ ਸਰੂਪ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਖ ਦੁਖ ਜਿਹ ਪਰਸੈ ਨਹੀਂ। ਹਜੂਰ ਮੁਕਤ ਪੁਰਖ ਦੇ ਲੱਖਣ ਕਰਦੇ ਹੋਏ ਕਹਿੰਦੇ ਐ, ਸੁਖ ਤੇ ਦੁੱਖ ਜਿਸ ਨੂੰ ਪਰਸਦੇ ਨਹੀਂ ਹਨ। ਸੁਖ ਵਿੱਚ ਸੁਖੀ ਹੋ ਕਰਕੇ ਜਦੋਂ ਦੇਹ ਕਰਕੇ ਸਮਝਦਾ ਹੈ ਕਿ ਮੈਂ ਸੁਖੀ ਹਾਂ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ, ਪਰ ਇਹ ਸੁਖ ਤਾਂ ਨਾਸ਼ ਹੋ ਜਾਣ ਵਾਲਾ ਹੈ। ਇਹ ਸੁਖ ਸਦੀਵੀ ਨਹੀਂ ਹੈ। ਜਿਹੜੇ ਜੇ ਸੁਖ ਸਦੀਵੀ ਨਹੀਂ ਹੁੰਦੇ ਤਾਂ ਮਹਾਰਾਜ ਜੀ ਕਹਿੰਦੇ ਆ ਦੁੱਖ ਵੀ ਸਦੀਵੀ ਨਹੀਂ ਹੁੰਦੇ। ਦੁੱਖ ਵੀ ਚਲੇ ਹੀ ਜਾਂਦੇ ਐ। ਪਰ ਜੀਵ ਅਗਿਆਨ ਵਸ ਜਦੋਂ ਪਦਾਰਥ ਹੁੰਦੇ ਐ, ਮਾਇਆ ਹੁੰਦੀ ਹੈ, ਵਿਸ਼ੇ ਭੋਗਣ ਨੂੰ ਹੁੰਦੇ ਐ, ਸਮਝਦਾ ਬੜਾ ਸੁਖੀ ਹਾਂ, ਬੜਾ ਆਨੰਦ ਹੈ। ਜਦੋਂ ਕੋਈ ਵਿਪਤਾ ਪੈਂਦੀ ਹੈ, ਸਰੀਰ ਨੂੰ ਕਸ਼ਟ ਆਉਂਦਾ ਹੈ, ਮਾਇਆ ਛੁੱਟ ਜਾਂਦੀ ਹੈ, ਪਦਾਰਥ ਨਾਸ਼ ਹੁੰਦੇ ਹੈ, ਸੋਚਦਾ ਬੜਾ ਦੁਖੀ ਹਾਂ। ਸੱਚੇ ਪਾਤਸ਼ਾਹ ਜੀ ਕਹਿੰਦੇ ਅਸਲ ਵਿੱਚ ਨਾ ਹੀ ਸੁੱਖ ਹੈ ਨਾ ਹੀ ਦੁੱਖ ਹੈ। ਇਹ ਜੀਵ ਦੇ ਆਪਣੇ ਅਗਿਆਨ ਕਰਕੇ, ਸਮਝਣੇ ਕਰਕੇ ਦੁੱਖ ਤੇ ਸੁੱਖ ਹੁੰਦੇ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਆਤਮਾ ਦੇ ਤਲ ਤੇ ਜਿਉਂਦਾ ਹੈ ਮਨੁੱਖ, ਉਸ ਨੂੰ ਮਹਾਰਾਜ ਕਹਿੰਦੇ ਨੇ ਦੁੱਖ ਤੇ ਸੁੱਖ ਆ ਕਰਕੇ ਪਰਸਦੇ ਨਹੀਂ ਹਨ, ਛੂੰਹਦੇ ਤੱਕ ਨਹੀਂ ਹਨ, ਕਿਉਂਕਿ ਉਹਨੇ ਦੇਹ ਦੇ ਸੁੱਖਾਂ ਨੂੰ ਸੁੱਖ ਮੰਨਿਆ ਹੀ ਨਹੀਂ। ਇਸ ਕਰਕੇ ਫਿਰ ਉਹ ਸੁੱਖ ਕਿਵੇਂ ਮੰਨ ਲਵੇ, ਸੁੱਖ ਕਿਵੇਂ ਮਹਿਸੂਸ ਕਰੇ। ਉਹਨੂੰ ਸੁੱਖ ਪਰਸਦਾ ਹੀ ਨਹੀਂ ਹੈ, ਛੂੰਹਦਾ ਹੀ ਨਹੀਂ ਹੈ। ਅਤੇ ਜਦੋਂ ਦੁੱਖ ਆ ਕੇ ਚਿੰਬੜਦੇ ਹੈ, ਕੋਈ ਪਿਆਰਾ ਵਿਛੋੜਾ ਦੇ ਜਾਂਦਾ ਹੈ, ਬੜਾ ਦੁੱਖ ਦਾ ਗਮਗੀਨ ਉਹ ਹਾਲ ਹੁੰਦਾ। ਸਮਾਂ ਇਹੋ ਜਿਹਾ ਆ ਜਾਂਦਾ ਪਰ ਉਹ ਦੁੱਖ ਵੀ ਉਹਨਾਂ ਨੂੰ ਨਹੀਂ ਛੋਹ ਰਿਹਾ ਹੁੰਦਾ। ਮਹਾਰਾਜ ਜੀ ਨੇ ਇਹ ਆਪਣੇ ਸ਼੍ਰੀ ਮੁਖ ਤੋਂ ਬਾਣੀ ਵਿੱਚ ਵੀ, ਸਤਿਗੁਰਾਂ ਜੀ ਨੇ ਹੋਰ ਵੀ ਸ਼ਬਦ ਕਹੇ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਔਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਮਹਾਰਾਜ ਜੀ ਉੱਥੇ ਵੀ ਬ੍ਰਹਮ ਗਿਆਨੀ ਦੇ ਲੱਖਣ ਹਜੂਰ ਨੇ ਕਥਨ ਕੀਤੇ ਹੈ। ਸਤਿਗੁਰੂ ਜੀ 13ਵੇਂ ਸ਼ਲੋਕ ਵਿੱਚ ਕਹਿੰਦੇ ਹੈ, ਜਿਸ ਨੂੰ ਸੰਸਾਰ ਦੇ ਸੁੱਖ ਅਤੇ ਦੇਹ ਤੋਂ ਉਤਪੰਨ ਹੋਏ ਸੰਸਾਰ ਤੋਂ ਮਿਲੇ ਹੋਏ ਦੁੱਖ ਪਰਸਦੇ ਨਹੀਂ, ਪਾਉਂਦੇ ਨਹੀਂ ਹਨ। ਲੋਭ ਮੋਹ ਅਭਿਮਾਨ। ਫਿਰ ਉਹਦੇ ਮਨ ਦੇ ਅੰਦਰ ਪਦਾਰਥਾਂ ਦਾ ਲੋਭ ਨਹੀਂ ਹੈ, ਕਿਉਂਕਿ ਉਹਨੇ ਸਮਝਿਆ ਕਿ ਸੰਸਾਰ ਨਾਸ਼ਵੰਤ ਹੈ। ਕੋਈ ਚੀਜ਼ ਨਾਲ ਨਹੀਂ ਜਦੋਂ ਨਿਭਦੀ, ਫਿਰ ਉਹ ਪਦਾਰਥਾਂ ਦਾ ਲੋਭ ਨਹੀਂ ਕਰਦੇ ਹਨ, ਕਿਸੇ ਵੀ ਪ੍ਰਕਾਰ ਦਾ ਲੋਭ ਨਹੀਂ। ਅਤੇ ਦੇਹਾਂ ਦਾ ਮੋਹ ਨਹੀਂ ਹੈ ਉਹਨਾਂ ਦੇ ਅੰਦਰ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਇਲਮ ਹੋ ਜਾਂਦਾ ਹੈ ਨਾਮ ਦੀ ਬਰਕਤ ਕਰਕੇ ਕਿ ਪੂਰਬਲੇ ਸੰਜੋਗਾਂ ਕਰਕੇ ਦੇਹਾਂ ਜੁੜਦੀਆਂ, ਪਰ ਦੇਹਾਂ ਦਾ ਮੇਲ ਸਦੀਵੀ ਨਹੀਂ ਹੈ। ਇਸ ਕਰਕੇ ਉਹ ਮੋਹ ਨਹੀਂ ਕਰਦੇ। ਸੱਚੇ ਪਾਤਸ਼ਾਹ ਕਹਿੰਦੇ ਹੈ, ਜਿਸ ਨੂੰ ਫਿਰ ਲੋਭ ਨਾ ਹੋਵੇ ਪਦਾਰਥਾਂ ਦਾ, ਮੋਹ ਨਾ ਹੋਵੇ ਸਰੀਰਾਂ ਦਾ, ਅਭਿਮਾਨ ਆਪਣੇ ਅੰਦਰ ਗੁਣਾਂ ਦਾ ਹੰਕਾਰ ਨਾ ਹੋਵੇ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਇਹੋ ਜਿਹੇ ਲੱਖਣ ਵਾਲਾ ਜੇ ਕੋਈ ਪੁਰਖ ਹੈ ਤਾਂ ਕਹੋ ਨਾਨਕ ਸੁਨ ਰੇ ਮਨਾ। ਹਜੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਮਹਾਰਾਜ ਸਾਨੂੰ ਸਿੱਖਿਆ ਦਿੰਦੇ ਮਨ ਦੇ ਪ੍ਰਥਾਏ। ਮਹਾਰਾਜ ਕਹਿੰਦੇ ਨੇ, ਹੇ ਮੇਰੇ ਪਿਆਰੇ ਮਨਾ ਸੁਣਨਾ ਕਰ। ਸੋ ਮੂਰਤ ਭਗਵਾਨ। ਉਹ ਪ੍ਰਤੱਖ ਪਰਮੇਸ਼ਰ ਦੀ ਮੂਰਤ ਹੈ, ਵਾਹਿਗੁਰੂ ਦਾ ਸਰੂਪ ਹੈ ਉਹ, ਜਿਹਦੇ ਅੰਦਰ ਪਦਾਰਥਾਂ ਦਾ ਲੋਭ ਨਹੀਂ ਰਿਹਾ। ਮਹਾਰਾਜ ਕਹਿੰਦੇ ਜਿਹਨੂੰ ਸਰੀਰਾਂ ਦਾ ਮੋਹ ਨਹੀਂ ਰਿਹਾ, ਜਿਹਦੇ ਅੰਦਰ ਗੁਣਾਂ ਦਾ ਹੰਕਾਰ ਮੁੱਕ ਗਿਆ ਏ,
ਜਿਹਨੂੰ ਹਉਮੈ ਨਹੀਂ ਰਹੀ। ਫਿਰ ਸਤਿਗੁਰੂ ਜੀ ਨੇ ਕਿਹਾ, ਜਿਹਨੂੰ ਸੁੱਖ ਨਹੀਂ ਆ ਕੇ ਛੋਹਦਾ, ਜਿਹਨੂੰ ਦੁੱਖ ਨਹੀਂ ਆ ਕਰਕੇ ਛੋਹ ਸਕਦਾ, ਹਜੂਰ ਨੇ ਐਡੇ ਲੱਖਣ ਕਰਦਿਆਂ ਹੋਇਆਂ ਕਿਹਾ ਹੈ, ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਖੰਡ ਭਗਾਂ ਸੰਪੰਨ ਜੋ ਵਾਹਿਗੁਰੂ ਹੈ ਨਾ ਪਰਮੇਸ਼ਰ, ਉਹ ਪ੍ਰਤੱਖ ਆਪ ਹੀ ਵਾਹਿਗੁਰੂ ਵਰਤ ਰਿਹਾ ਉਸ ਦੇਹ ਦੇ ਅੰਦਰ। ਉੱਥੇ ਪਰਮੇਸ਼ਰ ਪ੍ਰਤੱਖ ਹੋ ਗਿਆ ਹੈ। ਐਸੇ ਪੁਰਖ ਦੇ ਮੁਖ ਤੋਂ ਨਿਕਲਿਆ ਹੋਇਆ ਬੋਲ ਕਦੇ ਖਾਲੀ ਨਹੀਂ ਜਾਂਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਐ, ਇਹ ਜੀਵਨ ਮੁਕਤ ਦੀ ਨਿਸ਼ਾਨੀ ਹੈ। ਉਹ ਵਾਹਿਗੁਰੂ ਦਾ ਸਰੂਪ ਹੈ ਉਹ ਪੁਰਖ। ਉਸਤਤ ਨਿੰਦਿਆ ਨਾਹਿ ਜਿਹੇ। ਮਹਾਰਾਜ ਜੀ ਹੋਰ ਲੱਖਣ ਦੱਸਦੇ ਐ, ਜਿਹੜਾ ਆਪਣੀ ਉਸਤਤ ਸੁਣ ਕਰਕੇ ਖੁਸ਼ ਨਹੀਂ ਹੁੰਦਾ, ਭਾਵੇਂ ਕਿ ਬਹੁਤ ਸੰਸਾਰ ਵਡਿਆਈ ਕਰਨ ਲੱਗ ਜਾਵੇ, ਬਹੁਤ ਉਸਤਤ ਕਰਨ ਕਿ ਮਹਾਰਾਜ ਸੰਤ ਜੀ ਤੁਸੀਂ ਤਾਰ ਹੀ ਦਿੱਤਾ ਹੈ, ਬੜਾ ਮਹਾਰਾਜ ਸਾਡਾ ਭਲਾ ਕੀਤਾ ਹੈ, ਤੇ ਆਪਣੀ ਉਸਤਤ ਸੁਣ ਕਰਕੇ ਜਿਹੜਾ ਫੁੱਲਦਾ ਨਹੀਂ ਹੈ, ਫਿਰ ਜੇ ਕੋਈ ਨਿੰਦਿਆ ਕਰਨ ਲੱਗ ਜਾਵੇ ਕਿ ਤੂੰ ਤਾਂ ਬੜਾ ਪਖੰਡੀ ਹੈ, ਤੂੰ ਤਾਂ ਬੜਾ ਆਪ ਔਗਣਾਂ 'ਚ ਫਸਿਆ ਹੋਇਆ, ਬੜਾ ਤੇਰਾ ਬੁਰਾ ਹਾਲ ਹੈ, ਤੇ ਤੂੰ ਤਾਂ ਬਾਹਰੋਂ ਹੋਰ ਕੁਛ ਬਣ ਕੇ ਵਿਖਾਉਣਾ, ਅੰਦਰੋਂ ਕੁਛ ਹੋਰ ਹੈ, ਇਹ ਕੋਈ ਨਿੰਦਿਆ ਵੀ ਕਰਨ ਲੱਗ ਜਾਵੇ, ਬਹੁਤ ਭਾਰੀ ਨਿੰਦਿਆ ਕਰੇ ਕਿ ਇਹ ਤਾਂ ਭੰਗੀ ਹੈ, ਬਹੁਤ ਬੁਰੀ ਹਾਲਤ ਹੈ ਇਹਦੀ, ਇਹ ਕਿੱਥੋਂ ਐਡਾ ਸੰਤਵ ਹੈ, ਇਹ ਤਾਂ ਪਖੰਡ ਕਰਦਾ। ਅਤੇ ਜਦੋਂ ਆਪਣੀ ਨਿੰਦਿਆ ਸੁਣੇ, ਅਤੇ ਜਿਹੜਾ ਨਿੰਦਿਆ ਸੁਣ ਕਰਕੇ ਵੀ ਘਬਰਾਉਂਦਾ ਨਹੀਂ ਹੈ, ਉਸਤਤ ਸੁਣ ਕੇ ਫੁੱਲਦਾ ਨਹੀਂ ਹੈ। ਕੰਚਨ ਲੋਹ ਸਮਾਨ। ਅਤੇ ਜਿਹੜਾ ਕੰਚਨ ਹੈ ਸੋਨਾ, ਉਹਨੂੰ ਲੋਹੇ ਦੇ ਸਮਾਨ ਹੈ। ਸੋਨੇ ਨੂੰ ਬੇਸ਼ਕੀਮਤਾ ਜਾਣ ਕਰਕੇ ਉਹਦੇ ਵਿੱਚ ਉਹਦੀ ਪਕੜ ਨਹੀਂ ਹੈ, ਅਤੇ ਲੋਹੇ ਨੂੰ ਨਿਰਾਰਥ ਜਾਣ ਕਰਕੇ ਐਵੇਂ ਉਹਨੂੰ ਜਿਹੜਾ ਹੈ ਉਹਦਾ ਤਿਆਗ ਨਹੀਂ ਕਰਦਾ, ਭਾਵ ਇੱਕੋ ਜਿਹਾ ਹੀ ਉਹਨੂੰ ਰੱਖਦਾ। ਸੋਨਾ ਹੋਵੇ ਲੋਹਾ ਹੋਵੇ, ਉਹਦੇ ਵਿੱਚ ਸਮਾਨ ਬਿਰਤੀ ਹੈ। ਜਿਹੜਾ ਸੋਨਾ ਹੈ ਨਾ, ਉਹਨਾਂ ਵਾਸਤੇ ਉਹ ਲੋਹੇ ਵਰਗੀ ਕੀਮਤ ਦਾ, ਜਿਵੇਂ ਲੋਹੇ ਨੂੰ ਸੋਨੇ ਦੇ ਬਰਾਬਰ ਦੀ ਕੀਮਤ ਦਾ ਨਹੀਂ ਨਾ ਸਮਝਿਆ ਜਾਂਦਾ, ਕਿਉਂਕਿ ਸੋਨਾ ਬੇਸ਼ਕੀਮਤਾ ਸਮਝਿਆ ਜਾਂਦਾ ਹੈ, ਪਰ ਹੈ ਤਾਂ ਇੱਕ ਧਾਤ ਹੀ ਹੈ ਨਾ। ਸੋਨਾ ਵੀ ਉਹਨੂੰ ਕੋਈ ਪਾ ਕੇ ਜੀਵ ਸੁਖੀ ਮੰਨਦੇ ਹੈ। ਕਿਉਂ ਮੰਨਦੇ ਹੈ? ਕਿਉਂਕਿ ਦੁਨੀਆ ਨੂੰ ਦਿਖਾਵਾ ਕਰਦੇ ਆ, ਆਪਣਾ ਪਦਾਰਥਾਂ ਦਾ ਅਮੀਰੀ ਦਾ ਹੰਕਾਰ ਪ੍ਰਗਟ ਕਰਦੇ, ਅਤੇ ਮਨ ਜਿਹੜਾ ਉਹ ਸੁੱਖ ਮੰਨਦਾ ਨਾ, ਉਹ ਸੁੱਖ ਤਾਂ ਸਗੋਂ ਹਾਨੀਕਾਰਕ ਹੈ, ਪਰ ਜੀਵ ਨੇ ਉਹਦੇ ਵਿੱਚ ਹੀ ਸੁੱਖ ਮੰਨਿਆ ਹੋਇਆ ਹੈ। ਹਜੂਰ ਕਹਿੰਦੇ ਇਹੋ ਜਿਹੀ ਜਿਸ ਦੀ ਬਿਰਤੀ ਹੁੰਦੀ ਹੈ, ਜਿਹਨੂੰ ਸੋਨਾ ਲੋਹੇ ਵਰਗਾ ਇੱਕ ਜਿਹਾ, ਲੋਹੇ ਤੇ ਸੋਨੇ ਵਿੱਚ ਇੱਕ ਜੀ ਬਿਰਤੀ ਹੈ, ਸਮਾਨ ਬਿਰਤੀ ਹੈ। ਕਹੋ ਨਾਨਕ ਸੁਨ ਰੇ ਮਨਾ। ਹਜੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹੈ, ਮੇਰੇ ਪਿਆਰੇ ਮਨਾ ਸੁਣਨਾ ਕਰ। ਮੁਕਤ ਤਾਹੇ ਤੈ ਜਾਨ। ਤਿਸ ਪੁਰਖ ਨੂੰ ਤੂੰ ਮੁਕਤ ਜਾਣ ਲੈਣਾ ਕਰ, ਉਹ ਮੁਕਤ ਪੁਰਖ ਹੈ। ਜੇ ਕੋਈ ਕਹੇ ਕਿ ਮੈਂ ਮੁਕਤ ਵਾਂ, ਤੇ ਸੋਨੇ ਨੂੰ ਬੜਾ ਸਾਂਭ ਕੇ ਰੱਖੇ, ਅਤੇ ਲੋਹੇ ਦੀ ਜਿਹੜੀ ਹੈ ਉਹ ਨਰਾਦਰੀ ਕਰਦਾ ਹੈ, ਭਾਵ ਸਮਝਦਾ ਕਿ ਲੋਹਾ ਤਾਂ ਫਜ਼ੂਲ ਹੀ ਹੈ, ਐਵੇਂ ਹੀ ਹੈ, ਮਿਲ ਜਾਂਦਾ ਕੋਈ ਨਹੀਂ, ਇਹਦੀ ਕੋਈ ਅਹਿਮੀਅਤ ਨਹੀਂ ਸਮਝਦੇ ਹਨ ਨਾ ਜਿਵੇਂ ਲੋਕ, ਅਤੇ ਉਹ ਫਿਰ ਮੁਕਤ ਨਹੀਂ ਹੋ ਸਕਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਜਿਹੜਾ ਆਪਣੀ ਉਸਤਤ ਸੁਣ ਕੇ ਫੁੱਲ ਜਾਵੇ, ਬੜਾ ਜ਼ਿਆਦਾ ਖੁਸ਼ ਹੋਵੇ ਕਿ ਅਸੀਂ ਤਾਂ ਬਹੁਤ ਮਹਾਨ ਹੁੰਨੇ, ਨਿੰਦਿਆ ਸੁਣ ਕੇ ਘਬਰਾ ਹੀ ਜਾਵੇ, ਬੜਾ ਜ਼ਿਆਦਾ ਜਿਹੜਾ ਹੈ ਕਮਜ਼ੋਰ ਜਿਹਾ ਹੀ ਹੋ ਜਾਏ, ਮਨ ਭੰਗ ਜਿਹਾ ਹੀ ਹੋ ਜਾਵੇ, ਮਹਾਰਾਜ ਕਹਿੰਦੇ ਉਹ ਮੁਕਤ ਪੁਰਖ ਨਹੀਂ ਹੋ ਸਕਦਾ। ਮੁਕਤ ਪੁਰਖ ਦੇ ਲੱਖਣ ਇਹ ਹੈ ਕਿ ਉਹਨੂੰ ਚਾਹੇ ਕੋਈ ਵਡਿਆਵੇ, ਉਸਤਤ ਕਰੇ, ਉਹਦੇ ਨਾਲ ਉਹਦਾ ਪਿਆਰ ਨਹੀਂ, ਨਿੰਦਾ ਕਰਨ ਵਾਲੇ ਨਾਲ ਕੋਈ ਵੈਰ ਨਹੀਂ। ਮਹਾਰਾਜ ਕਹਿੰਦੇ ਭਾਈ ਲੋਹਾ ਤੇ ਕੰਚਨ ਉਹਨੂੰ ਸੋਨੇ ਨੂੰ ਇੱਕ ਬਰਾਬਰ ਸਮਝਦਾ ਹੈ ਜਿਹੜਾ, ਹਜੂਰ ਕਹਿੰਦੇ ਉਹ ਮੁਕਤ ਪੁਰਖ ਹੈ, ਜਾਣਨਾ ਕਰੋ। ਹਰਖ ਸੋਗ ਜਾ ਕੈ ਨਹੀਂ। ਫਿਰ ਜਿਸ ਦੇ ਅੰਦਰ ਮਹਾਰਾਜ ਕਹਿੰਦੇ ਭਾਈ ਪਦਾਰਥਾਂ ਦੇ ਆਉਣ ਤੋਂ ਹਰਖ ਨਹੀਂ ਹੁੰਦਾ, ਮਾਇਆ ਦੇ ਮਿਲਣ ਤੋਂ ਖੁਸ਼ੀ ਨਹੀਂ ਹੁੰਦੀ, ਤੇ ਮਾਇਆ ਦੇ ਭੰਗ ਹੋ ਜਾਣ ਤੋਂ ਸੋਗ ਨਹੀਂ ਹੁੰਦਾ, ਕਿਉਂਕਿ
ਜਦੋਂ ਮਾਇਆ ਆਉਂਦੀ ਹੈ ਖੁਸ਼ ਹੁੰਦਾ ਜੀਵ, ਜਦੋਂ ਚਲੀ ਜਾਂਦੀ ਹੈ ਮਾਇਆ ਗਈ ਤਬ ਰੋਬਨ ਲਗਤ ਹੈ, ਉਦੋਂ ਰੋਣ ਲੱਗ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਜਿਹਦੇ ਅੰਦਰ ਕੋਈ ਹਰਖ ਖੁਸ਼ੀ ਨਹੀਂ ਹੈ, ਕਿਸੇ ਪ੍ਰਕਾਰ ਸੰਸਾਰ ਦੇ ਅੰਦਰ ਬੜੇ ਭਾਰੀ ਲਾਭ ਹੋ ਜਾਣ ਤੋਂ, ਸਰੀਰ ਦੇ ਸੁੱਖ ਮਿਲ ਜਾਣ ਤੋਂ, ਤੇ ਸੋਗ ਨਹੀਂ ਹੈ ਮਾਇਆ ਪਦਾਰਥਾਂ ਦੇ ਭੰਗ ਹੋ ਜਾਣ ਤੋਂ। ਬੈਰੀ ਮੀਤ ਸਮਾਨ, ਫਿਰ ਜਿਹਦੇ ਲਈ ਵੈਰੀ ਤੇ ਮਿੱਤਰ ਇੱਕ ਸਮਾਨ ਹਨ। ਇਹ ਬੜੀ ਔਖੀ ਗੱਲ ਹੈ। ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਜੀਵਨ ਮੁਕਤ ਪੁਰਖ ਦੇ ਲੱਖਣ ਮਹਾਰਾਜ ਜੀ ਦੱਸੇ ਨੇ। ਵੈਰੀ ਵਿੱਚ ਤੇ ਮਿੱਤਰ ਵਿੱਚ ਸਮਾਨ ਬਿਰਤੀ ਨਹੀਂ ਹੁੰਦੀ, ਸਾਧੂ ਦੀ ਹੋ ਜਾਂਦੀ ਹੈ। ਉਹ ਚਾਹੇ ਕੋਈ ਬੈਰੀ ਆਵੇ ਚਾਹੇ ਕੋਈ ਮਿੱਤਰ ਆਵੇ, ਇੱਕ ਜਿਹਾ ਹੀ ਉਪਦੇਸ਼ ਦਿੰਦੇ ਆ, ਭਾਈ ਨਾਮ ਜਪੋ, ਸਿਮਰਨ ਕਰੋ। ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਜਿਹਦੀ ਬਿਰਤੀ ਬੈਰੀ ਵਿੱਚ ਤੇ ਮਿੱਤਰ ਵਿੱਚ ਸਮਾਨ ਹੋ ਜਾਵੇ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਆਪ ਸੱਚੇ ਪਾਤਸ਼ਾਹ ਜੀ ਵੈਰੀਆਂ ਦਾ ਦੁਖੀਆਂ ਦਾ ਵੀ ਭਲਾ ਕਰ ਦੇਣ ਵਾਲੇ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਆ ਜਿਹਦੀ ਵੈਰੀ ਵਿੱਚ ਤੇ ਮਿੱਤਰ ਵਿੱਚ ਸਮਾਨ ਬਿਰਤੀ ਹੈ, ਵੈਰੀ ਨਾਲ ਕੋਈ ਉਹਦਾ ਕਿਸੇ ਪ੍ਰਕਾਰ ਜਿਹੜੀ ਮਨ ਵਿੱਚ ਈਰਖਾ ਨਹੀਂ ਹੈ, ਵੈਰੀ ਦੇ ਪ੍ਰਤੀ ਉਹਦੇ ਮਨ ਵਿੱਚ ਵੈਰ ਨਹੀਂ ਹੈ, ਤੇ ਮਿੱਤਰ ਦੇ ਨਾਲ ਕੋਈ ਸਨੇਹ ਨਹੀਂ ਹੈ, ਇੱਕ ਜਿਹਾ ਹੀ ਦੋਹਾਂ ਨੂੰ ਜਿਹੜਾ ਪੁਰਖ ਸਮਝਦਾ ਹੈ। ਕਹੋ ਨਾਨਕ ਸੁਨ ਰੇ ਮਨਾ, ਹਜੂਰ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹੇ ਮੇਰੇ ਪਿਆਰੇ ਮਨਾ ਸੁਣਨਾ ਕਰ। ਮੁਕਤ ਤਾਹੇ ਤੈ ਜਾਨ, ਜਾਣਨਾ ਕਰ ਉਹ ਮੁਕਤ ਪੁਰਖ ਵੈ। ਮਹਾਰਾਜ ਹੁਣ ਪੈਮਾਨਾ ਦੇ ਰਹੇ ਹਨ ਕਿ ਮੁਕਤ ਪੁਰਖ ਕੌਣ ਹੋ ਸਕਦਾ ਹੈ। ਮਹਾਰਾਜ ਕਹਿੰਦੇ ਜਿਹਨੂੰ ਭਾਈ ਕਦੇ ਖੁਸ਼ੀ ਤੇ ਗਮੀ ਨਹੀਂ ਆ ਕੇ ਚਿੰਬੜਦੀ। ਮਹਾਰਾਜ ਕਹਿੰਦੇ ਜਿਹਦੇ ਲਈ ਵੈਰੀ ਤੇ ਮਿੱਤਰ ਇੱਕ ਜੇ ਹੈ, ਉਹ ਮਹਾਰਾਜ ਕਹਿੰਦੇ ਆ ਕਿ ਭਾਈ ਮੁਕਤ ਪੁਰਖ ਹੋ ਸਕਦਾ ਏ। ਭੈ ਕਾਹੂ ਕੋ ਦੇਤ ਨਹਿ, ਹੁਣ ਸਤਿਗੁਰੂ ਜੀ ਗਿਆਨਵਾਨ ਦਾ ਮਹਾਰਾਜ ਜੀ ਲੱਖਣ ਕਥਨ ਕਰਦੇ ਆ ਕਿ ਜਿਹੜਾ ਕਿਸੇ ਨੂੰ ਭੈ ਨਹੀਂ ਦਿੰਦਾ, ਡਰ ਨਹੀਂ ਦਿੰਦਾ ਹੈ। ਨਹਿ ਭੈ ਮਾਨਤ ਆਨ, ਤੇ ਨਾ ਹੀ ਆਨ ਕਿਸੇ ਹੋਰ ਦਾ ਆਪ ਭੈ ਮੰਨਦਾ ਹੈ, ਡਰ ਕਿਸੇ ਦਾ ਮੰਨਦਾ ਹੈ। ਇਹ ਹਜੂਰ ਨੇ ਆਪਣੇ ਤੇ ਲੱਖਣ ਪ੍ਰਗਟ ਕਰਕੇ ਉਸ ਵੇਲੇ ਵਿਖਾਇਆ ਜਦੋਂ ਸਤਿਗੁਰੂ ਜੀ ਦੇ ਸ਼ੀਸ਼ ਦੇ ਉੱਤੇ ਜਲਾਦ ਤਲਵਾਰ ਲੈ ਕੇ ਖੜਾ ਸੀ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਤੇ ਸਮੇਂ ਸ਼ਹੀਦ ਕਰਨ ਲਈ ਕਾਜੀ ਖੜਾ ਹੈ, ਨਰੰਗਾ ਖੜਾ ਹੈ। ਹਜੂਰ ਨੂੰ ਆਖਰੀ ਬੋਲ ਕਹਿ ਰਿਹਾ ਸੀ ਕਿ ਅਜੇ ਵੀ ਸਮਾਂ ਹੈ, ਕੋਈ ਕਰਾਮਾਤ ਸ਼ਕਤੀ ਦਿਖਾ ਦਿਓ, ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ। ਹਜੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੇ ਬਿਸਮਾਦੀ ਚਿਹਰੇ ਦੇ ਉੱਤੇ ਅਲਾਹੀ ਨੂਰ ਟਪਕ ਰਿਹਾ ਏ। ਮਹਾਰਾਜ ਜੀ ਨਰੰਗੇ ਵੱਲ ਵੇਖ ਕੇ ਹਜੂਰ ਮੁਸਕਰਾਏ। ਸਤਿਗੁਰੂ ਜੀ ਕਹਿੰਦੇ ਨਰੰਗਿਆ ਬ੍ਰਹਮ ਗਿਆਨੀ ਨੂੰ ਕਦੇ ਕੋਈ ਮਾਰ ਨਹੀਂ ਸਕਦਾ, ਅਸੀਂ ਦੇ ਨਹੀਂ ਹਾਂ, ਤੂੰ ਸਾਨੂੰ ਮਾਰ ਨਹੀਂ ਸਕਦਾ, ਅਸੀਂ ਅੰਮ੍ਰਿਤ ਤੇ ਅਟਲ ਹਾਂ। ਜਿਹੜਾ ਤੂੰ ਸਾਨੂੰ ਮੌਤ ਦਾ ਖੌਫ ਦੇ ਰਿਹਾ ਨਾ, ਭੈ ਦੇ ਰਿਹਾ ਹੈ। ਮਹਾਰਾਜ ਕਹਿੰਦੇ ਭੈ ਮੰਨਣਾ ਤੇ ਭੈ ਦੇਣਾ ਇਹ ਦੋਵੇਂ ਹੀ ਜਿਹੜੇ ਕਰਮ ਨੇ ਪਸ਼ੂ ਦੇ ਕਰਮ ਹੁੰਦੇ ਆ, ਕਿਉਂਕਿ ਮਹਾਰਾਜ ਅਗਲੀ ਪੰਕਤੀ ਵਿੱਚ ਦੱਸਿਆ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜਾ ਪਸ਼ੂ ਹੈ ਉਹ ਆਪ ਤੋਂ ਵੱਡੇ ਕੋਲੋਂ ਡਰ ਜਾਂਦਾ, ਤਾਕਤਵਰ ਕੋਲੋਂ, ਤੇ ਜਿਹੜਾ ਕਮਜ਼ੋਰ ਹੈ ਉਹਨੂੰ ਡਰਾ ਲੈਂਦਾ ਹੈ। ਜੇ ਮਨੁੱਖ ਦਾ ਵੀ ਐਸਾ ਸੁਭਾਅ ਹੈ ਤਾਂ ਹਜੂਰ ਫਰਮਾਉਂਦੇ ਹਨ ਕਹੋ ਨਾਨਕ ਸੁਨ ਰੇ ਮਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਹੇ ਮੇਰੇ ਮਨਾ ਪਿਆਰੇ ਮਨਾ ਸੁਣਨਾ ਕਰ। ਗਿਆਨੀ ਤਾਹੇ ਬਖਾਨ, ਉਹਨੂੰ ਗਿਆਨਵਾਨ ਪੁਰਖ ਕਹਿੰਦੇ ਆ। ਜੇ ਕਰਕੇ ਡਰ ਜਾਂਦਾ ਹੈ ਤਾਕਤਵਰ ਦੇ ਕੋਲੋਂ, ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐ ਮਾੜੇ ਨੂੰ, ਗਰੀਬ ਨੂੰ, ਨਤਾਣੇ ਨੂੰ ਡਰਾ ਲੈਂਦਾ ਹੈ, ਉਹ ਮਨੁੱਖ ਪਸ਼ੂਆਂ ਵਰਗਾ ਹੈ। ਉਹਦੇ ਲੱਖਣ ਗਿਆਨਵਾਨ ਵਾਲੇ ਨਹੀਂ ਹਨ।
ਮਹਾਰਾਜ ਕਹਿੰਦੇ ਭਾਈ ਉਹ ਪ੍ਰਤੱਖ ਪਸ਼ੂਆਂ ਵਰਗੀ ਬਿਰਤੀ ਵਿੱਚ ਵਰਤ ਰਿਹਾ ਹੈ, ਜਿਹੜਾ ਕਿਸੇ ਨੂੰ ਭੈ ਨਹੀਂ ਦਿੰਦਾ। ਹਜੂਰ ਕਿਸੇ ਨੂੰ ਡਰ ਨਹੀਂ ਦਿੰਦੇ ਸੱਚੇ ਪਾਤਸ਼ਾਹ। ਮਹਾਰਾਜ ਜੀ ਵੱਲ ਵੇਖ ਤਾਂ ਆਪ ਮੁਹਾਰੇ ਦੇਸ਼ ਦੇ ਲੋਕ ਸਿੱਖੀ ਧਾਰਨ ਕਰਦੇ, ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ ਦੁੱਖ ਸੁੱਖਾਂ ਵਿੱਚ ਬਦਲ ਜਾਂਦੇ, ਸਦੀਵੀ ਸੁਖ ਪ੍ਰਾਪਤ ਹੁੰਦਾ, ਜੀਵਨ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਨਰੰਗਾ ਆਪਣੀ ਹਕੂਮਤ ਦੇ ਜ਼ੋਰ ਨਾਲ ਸਤਿਗੁਰੂ ਜੀ ਨੂੰ ਭੈ ਦੇਣ ਲੱਗਾ, ਮਹਾਰਾਜ ਮੁਸਕਰਾ ਕੇ ਕਹਿੰਦੇ, ਨਰੰਗਿਆ ਤੂੰ ਸਾਨੂੰ ਮਾਰ ਨਹੀਂ ਸਕਦਾ ਹੈ। ਸੱਚੇ ਪਾਤਸ਼ਾਹ ਜੀ ਆਪ ਦੇ ਉੱਪਰ ਇਹ ਮਹਾਰਾਜ ਜੀ ਨੇ ਟੁਕਾ ਕੇ ਵਿਖਾਇਆ। ਨਾ ਹਜੂਰ ਨੇ ਕਿਸੇ ਨੂੰ ਡਰ ਦਿੱਤਾ ਆਪਣੇ ਜੀਵਨ ਅੰਦਰ, ਨਾ ਸੱਚੇ ਪਾਤਸ਼ਾਹ ਨੇ ਜ਼ਾਲਮ ਬਾਦਸ਼ਾਹ ਨਰੰਗੇ ਦਾ ਡਰ ਕਿਸੇ ਪ੍ਰਕਾਰ ਮਹਾਰਾਜ ਜੀ ਨੇ ਮੰਨਿਆ। ਮੁਸਕਰਾਉਂਦਿਆਂ ਹੋਇਆਂ ਸਤਿਗੁਰਾਂ ਜੀ ਨੇ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਸੰਪੂਰਨਤਾ ਕਰਕੇ ਮਹਾਰਾਜ ਜੀ ਨੇ ਆਪਣੀ ਸ਼ਹਾਦਤ ਦਿੱਤੀ ਸੀ। ਗਰੀਬ ਨਵਾਜ ਜੀ ਨੇ ਜਦੋਂ ਜਪਜੀ ਸਾਹਿਬ ਦਾ ਸ਼ਲੋਕ ਪੜ੍ਹਿਆ ਸੀ, ਮਹਾਰਾਜ ਜੀ ਕਹਿੰਦੇ ਹੈ ਕਿ ਭੈ ਕਾਹੂ ਕੋ ਦੇਤ ਨਹਿ, ਜਿਹੜਾ ਕਿਸੇ ਨੂੰ ਭੈ ਨਹੀਂ ਦਿੰਦਾ ਹੈ। ਨਹਿ ਭੈ ਮਾਨ ਧਿਆਨ, ਨਹੀਂ ਕਿਸੇ ਹੋਰ ਦਾ ਭੈ। ਮਹਾਰਾਜ ਕਹਿੰਦੇ ਜਿਹੜਾ ਭਾਈ ਪੁਰਖ ਮੰਨਦਾ, ਕਹੋ ਨਾਨਕ ਸੁਨ ਰੇ ਮਨਾ। ਹਜੂਰ ਮਹਾਰਾਜ ਕਹਿੰਦੇ ਹੈ ਕਿ ਹੇ ਮੇਰੇ ਪਿਆਰੇ ਮਨਾ, ਸੁਣਨਾ ਕਰ, ਗਿਆਨੀ ਤਾਹੇ ਬਖਾਨ। ਉਹਨੂੰ ਗਿਆਨਵਾਨ ਪੁਰਖ ਕਹਿੰਦੇ ਆ, ਉਹ ਬ੍ਰਹਮ ਗਿਆਨੀ ਹੈ। ਜਿਹ ਵਿਖਿਆ ਸਗਲੀ ਤਜੀ, ਜਿਸ ਪੁਰਖ ਨੇ ਸਾਰੀ ਵਿਖਿਆ ਜ਼ਹਿਰ ਜਿਹੜੀ ਹੈ ਸੰਸਾਰ ਦੇ ਅੰਦਰ ਵਿਸ਼ਿਆਂ ਦੀ, ਇਹ ਰਸਾਂ ਕਸਾਂ ਦੀ ਸਾਰੀ ਵਿਖਿਆ, ਅਵਿਦਿਆ ਦੀ ਜ਼ਹਿਰ, ਇਹ ਸਾਰੀ ਜਿਹੜੀ ਸਗਲੀ ਤਜ ਦਿੱਤੀ ਹੈ, ਛੱਡ ਦਿੱਤੀ ਹੈ। ਲਿਓ ਭੇਖ ਬੈਰਾਗ, ਤੇ ਬੈਰਾਗ ਦਾ ਭੇਖ ਧਾਰਨ ਕਰ ਲਿਆ। ਮਨ ਦੇ ਅੰਦਰ ਬੈਰਾਗ ਉਤਪਨ ਹੋ ਆਇਆ। ਮਨਾਂ ਦੇ ਸਦਾ ਨਹੀਂ ਰਹਿਣੀ। ਵਾਹਿਗੁਰੂ ਦਾ ਨਾਮ ਜਪ ਲੈ, ਭਜਨ ਕਰ ਲੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹਦੇ ਅੰਦਰ ਇਹ ਬੈਰਾਗ ਉਤਪਨ ਹੋ ਆਇਆ ਹੈ, ਲਿਓ ਭੇਖ ਬੈਰਾਗ, ਬੈਰਾਗ ਦਾ ਭੇਖ ਜਿਨ ਧਾਰਨ ਕਰ ਲਿਆ ਏ। ਕਹੋ ਨਾਨਕ ਸੁਨ ਰੇ ਮਨਾ, ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਮੇਰੇ ਪਿਆਰੇ ਮਨਾ, ਸੁਣਨਾ ਕਰ। ਤੇਹ ਨਰ ਮਾਥੈ ਭਾਗ, ਉਸ ਨਰ ਮਨੁੱਖ ਦੇ ਮੱਥੇ ਦੇ ਉੱਤੇ ਬੜੇ ਹੀ ਮਹਾਰਾਜ ਕਹਿੰਦੇ ਚੰਗੇ ਉਹਦੇ ਲੇਖ ਹੈ, ਚੰਗੇ ਉਹਦੇ ਭਾਗ ਹੈ, ਜਿਨੇ ਸਾਰੀ ਵਿਖਿਆ ਨੂੰ ਛੱਡ ਦਿੱਤਾ ਹੈ, ਜਿਨ ਕੌੜਾ ਬੋਲਣਾ ਛੱਡ ਦਿੱਤਾ ਹੈ, ਜਿਨ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਵਿਸ਼ਿਆਂ ਵਕਾਰਾਂ ਦੀ ਵਿਖਿਆ ਨੂੰ, ਜ਼ਹਿਰ ਨੂੰ ਤਿਆਗ ਦਿੱਤਾ ਹੈ ਤੇ ਬੈਰਾਗ ਧਾਰਨ ਕਰ ਲਿਆ। ਨੇਤਰ ਸੱਜਲ ਰਹਿੰਦੇ ਹੈ। ਕਿਸੇ ਨੂੰ ਜਿਹਨੂੰ ਬੈਰਾਗ ਆ ਜਾਂਦਾ ਉਹਦੇ ਵਾਸਤੇ ਕੋਈ ਵੈਰੀ ਮਿੱਤਰ ਨਹੀਂ ਰਹਿ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਉੱਚਿਆਂ ਭਾਗਾਂ ਵਾਲਾ, ਉਹਦੇ ਮਸਤਕ ਦੇ ਉੱਤੇ ਚੰਗੇ ਲੇਖ ਉਗੜ ਆਏ ਹਨ। ਜਿਹ ਮਾਇਆ ਮਮਤਾ ਤਜੀ, ਜਿਸ ਨੇ ਆਪਣੇ ਜੀਵਨ ਦੇ ਅੰਦਰ ਮਾਇਆ ਦੀ ਮਮਤਾ ਮੇਰ ਜਿਹੜੀ ਆ ਉਹ ਤਜ ਦਿੱਤੀ ਹੈ, ਛੱਡ ਦਿੱਤੀ ਹੈ। ਵਾਹਿਗੁਰੂ ਦੀ ਜਾਣ ਕਰਕੇ ਕਿ ਮਹਾਰਾਜ ਮੈਨੂੰ ਦਿੱਤੀ ਹੈ ਤੇ ਮੈਂ ਇਹਦੇ ਨਾਲ ਉਪਕਾਰ ਕਰਾਂ, ਭਲਾ ਕਰਾਂ। ਸੱਚੇ ਪਾਤਸ਼ਾਹ ਕਹਿੰਦੇ ਜਿਸ ਨੇ ਮਾਇਆ ਦੀ ਮਮਤਾ ਮੇਰ ਤਜ ਦਿੱਤੀ ਹੈ, ਛੱਡ ਦਿੱਤੀ ਹੈ। ਸਭ ਤੇ ਭਇਓ ਉਦਾਸ, ਤੇ ਸਾਰਿਆਂ ਤੋਂ ਜਿਹਦਾ ਮਨ ਉਦਾਸ ਹੋ ਗਿਆ, ਸਭ ਵੱਲੋਂ ਜਿਹਦਾ ਮਨ ਉਪਰਾਮ ਹੋ ਗਿਆ ਹੈ। ਕਹੋ ਨਾਨਕ ਸੁਨ ਰੇ ਮਨਾ, ਸੱਚੇ ਪਾਤਸ਼ਾਹ ਬੈਰਾਗ ਦੀ ਮੂਰਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਹੈ ਮੇਰੇ ਪਿਆਰੇ ਮਨਾ ਸੁਣਨਾ ਕਰ। ਤੇਹ ਘਟ ਬ੍ਰਹਮ ਨਿਵਾਸ, ਉਸ ਘਟ ਹਿਰਦੇ ਦੇ ਅੰਦਰ ਮੇਰੇ ਬ੍ਰਹਮ ਦਾ, ਮੇਰੇ ਵਾਹਿਗੁਰੂ ਦਾ ਨਿਵਾਸ ਹੈ। ਉਸ ਦੇ ਅੰਦਰ ਪ੍ਰਤੱਖ ਵਾਹਿਗੁਰੂ ਜੀ ਵਰਤ ਰਹੇ ਹੈ। ਮਹਾਰਾਜ ਕਹਿੰਦੇ ਜਿਨ ਮਾਇਆ ਦੀ ਮੇਰ ਤਿਆਗ ਦਿੱਤੀ ਹੈ, ਸਭ ਵੱਲੋਂ ਜਿਹਦਾ ਮਨ ਉਪਰਾਮ ਹੋ ਗਿਆ, ਉਦਾਸ ਹੋ ਗਿਆ, ਸੰਸਾਰ ਦੇ ਰਸਾਂ ਕਸਾਂ ਤੋਂ, ਦੇਹ ਤੋਂ ਜਿਹਦਾ ਮਨ ਬੈਰਾਗੀ ਹੋ ਗਿਆ, ਉਹਦੇ ਅੰਦਰ ਪ੍ਰਤੱਖ ਵਾਹਿਗੁਰੂ ਜੀ ਆਪ ਵਸ ਰਹੇ ਹੈ, ਨਿਵਾਸ ਕਰ ਰਹੇ ਹੈ। ਜਿਹ ਪ੍ਰਾਨੀ ਹਉ ਮੈਂ ਤਜੀ, ਜਿਸ ਪ੍ਰਾਣਾਧਾਰੀ ਜੀਵ ਨੇ ਆਪਣੇ ਅੰਦਰੋਂ ਹਉਮੈ ਛੱਡ ਦਿੱਤੀ ਹੈ, ਹਉ ਮੈਂ ਕਿ ਮੈਂ ਹਾਂ। ਮਹਾਰਾਜ ਕਹਿੰਦੇ ਜਿਹਨੇ ਤਿਆਗ ਕਰ ਦਿੱਤਾ ਹਉਮੈ ਦਾ, ਕਰਤਾ ਰਾਮ ਪਛਾਨ, ਸਾਰੀ ਸ੍ਰਿਸ਼ਟੀ ਦਾ ਕਰਤਾ ਪੁਰਖ ਵਾਹਿਗੁਰੂ ਨੂੰ
ਰਮਿਆ ਹੋਇਆ ਰਾਮ ਉਹਨੇ ਪਹਿਚਾਣ ਲਿਆ ਕਿ ਪਰਮੇਸ਼ਰ ਸਭ ਦੇ ਅੰਦਰ ਵਰਤ ਰਿਹਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹਨੇ ਕਰਤਾ ਪੁਰਖ ਰਾਮ ਨੂੰ ਵਾਹਿਗੁਰੂ ਨੂੰ ਪਹਿਚਾਣ ਲਿਆ ਹੈ, ਕਹੋ ਨਾਨਕ ਵੋਹ ਮੁਕਤ ਨਰ। ਹਜੂਰ ਸਤਿਗੁਰੂ ਜੀ ਕਹਿੰਦੇ ਨੇ ਗੁਰਸਿੱਖੋ, ਉਹ ਜਿਹੜਾ ਪੁਰਖ ਹੈ ਨਾ, ਕਹੋ ਨਾਨਕ ਵਹ ਮੁਕਤ ਨਰ, ਵਹ ਉਹ ਪੁਰਖ ਮੁਕਤ ਪੁਰਖ ਵੈ। ਉਹਦੇ ਕਰਤਾ ਭੁਗਤਾ ਦੇ ਸਭ ਬੰਧਨ ਟੁੱਟ ਗਏ, ਪੰਜਾਂ ਵਕਾਰਾਂ ਦੇ ਰੱਸੇ ਟੁੱਟ ਗਏ, ਸਾਰੇ ਵਿਸ਼ੇ ਉਹਦੇ ਛੁੱਟ ਗਏ। ਮਹਾਰਾਜ ਕਹਿੰਦੇ ਭਾਈ ਸਾਰੇ ਇਹ ਸਰੀਰਾਂ ਦੇ ਬੰਧਨ ਵੀ ਟੁੱਟ ਗਏ, ਉਹਦੇ ਸਾਰੇ ਹੀ ਬੰਧਨ ਜਿਹੜੇ ਆ ਉਹ ਟੁੱਟ ਜਾਂਦੇ ਆ। ਉਹ ਫਿਰ ਜਿਵੇਂ ਕਿਸੇ ਦੇ ਹੱਥ 'ਚੋਂ ਹੱਥ ਕੜੀਆਂ, ਪੈਰਾਂ 'ਚੋਂ ਬੇੜੀਆਂ ਖੁੱਲ੍ਹ ਜਾਣ, ਜੇਲ੍ਹ 'ਚੋਂ ਆਜ਼ਾਦ ਹੋ ਜਾਵੇ। ਸੱਚੇ ਪਾਤਸ਼ਾਹ ਜੀ ਕਹਿੰਦੇ ਕਹੋ ਨਾਨਕ ਵਹ ਮੁਕਤ ਨਰ, ਉਹ ਐਸਾ ਪੁਰਖ ਮੁਕਤ ਪੁਰਖ ਹੈ। ਇਹ ਮਨ ਸਾਚੀ ਮਾਨ। ਮਹਾਰਾਜ ਕਹਿੰਦੇ ਸਾਡੀ ਜਿਹੜੀ ਸਿੱਖਿਆ ਨਾ, ਮਨ ਵਿੱਚ ਸੱਚੀ ਕਰਕੇ ਮੰਨ ਲੈਣਾ ਕਰ, ਇਹ ਸਾਡੀ ਸਿੱਖਿਆ ਸੱਚੀ ਹੈ। ਮਹਾਰਾਜ ਕਹਿੰਦੇ ਭਾਈ ਇਹ ਸੱਚਾ ਉਪਦੇਸ਼ ਅਸੀਂ ਕਿਹਾ, ਮਨ ਵਿੱਚ ਇਸ ਨੂੰ ਜਾਣ ਕਰਕੇ ਧਾਰਨ ਕਰ ਲੈ ਕਿ ਸੱਚ ਉਪਦੇਸ਼ ਹੈ। ਭੈ ਨਾਸਨ ਦੁਰਮਤ ਹਰਨ। ਮਹਾਰਾਜ ਜੀ ਨਾਮ ਦੀ ਮਹਿਮਾ ਹਜੂਰ ਦੱਸਦੇ ਹੋਏ ਕਹਿੰਦੇ ਐ, ਇਸ ਕਲਯੁਗ ਦੇ ਸਮੇਂ ਦੇ ਅੰਦਰ ਜਿੰਨਾ ਵੀ ਭੈ ਵਿਆਪਦਾ ਨਾ, ਸਾਰੇ ਭੈ ਨੂੰ ਨਾਸ਼ ਕਰਨ ਵਾਸਤੇ ਕਿੰਨਾ ਮਰਨ ਦਾ ਡਰ ਲੱਗਦਾ ਹੈ। ਬਹੁਤ ਜ਼ਿਆਦਾ ਜੀਵ ਭੈ ਸੰਯੁਗਤ ਹੀ ਰਹਿੰਦਾ, ਹਾਏ ਕਿਤੇ ਮਰ ਨਾ ਜਾਵਾਂ। ਮਹਾਰਾਜ ਜੀ ਕਹਿੰਦੇ ਫਿਰ ਦੁਰਮਤ ਜਿਹੜੀ ਖੋਟੀ ਬੁੱਧ ਹੈ, ਉਹ ਬੁਰੇ ਹੀ ਖਿਆਲ, ਨੈਗੇਟਿਵ ਚੀਜ਼ਾਂ ਅੰਦਰ ਪ੍ਰਗਟ ਕਰਦੀ ਹੈ ਬਹੁਤ ਜ਼ਿਆਦਾ। ਦੁਰਮਤ ਖੋਟੀ ਬੁੱਧ ਭਜਨ ਨਹੀਂ ਕਰਨ ਦਿੰਦੀ। ਜਗਿਆਸਾ ਦੇ ਸਹਿਤ ਨਾਮ ਜਪੀਏ ਨਾ ਤੇ ਇਹ ਪਿੱਛਾ ਹੀ ਕਰਦੀ ਰਹਿੰਦੀ ਹਰ ਵੇਲੇ। ਇਹ ਮਹਾਂਪੁਰਖ ਤਾਂ ਇਉਂ ਕਹਿੰਦੇ ਹੁੰਦੇ ਆ, ਜਿਹੜੇ ਜੀਵਨ ਮੁਕਤ, ਉਹ ਕਹਿੰਦੇ ਸੱਚਖੰਡ ਤੱਕ ਪਿੱਛਾ ਕਰ ਲੈਂਦੀ ਹੈ ਇਹ ਦੁਰਮਤ ਖੋਟੀ ਬੁੱਧ। ਜਦੋਂ ਬ੍ਰਹਮ ਵਿੱਚ ਸੁਰਤ ਜਾ ਕੇ ਟਿਕਦੀ ਹੈ ਨਾ, ਉਦੋਂ ਹੀ ਇਹ ਖੋਟੀ ਬੁੱਧ ਦਾ ਜਿਹੜਾ ਨਾਸ਼ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਜੇਕਰ ਕਿ ਤੂੰ ਵੀ ਆਪਣੇ ਅੰਦਰੋਂ ਇਹ ਮਨਾ ਸਾਰੇ ਡਰ ਖਤਮ ਕਰਨਾ ਚਾਹੁੰਦਾ ਹੈ ਤੇ ਆਪਣੀ ਦੁਰਮਤ ਖੋਟੀ ਬੁੱਧੀ ਨੂੰ ਨਾਸ਼ ਕਰਨਾ ਚਾਹੁੰਦਾ ਹੈ, ਤੇ ਫਿਰ ਇਹ ਧਿਆਨ ਦੇ ਕਿ ਸਾਰੇ ਭੈ ਡਰ ਨੂੰ ਨਾਸ਼ ਕਰਨ ਵਾਸਤੇ ਤੇ ਦੁਰਮਤ ਖੋਟੀ ਬੁੱਧੀ ਨੂੰ ਹਰਨ ਵਾਸਤੇ, ਨਾਸ਼ ਕਰਨ ਵਾਸਤੇ ਕਲ ਮੈਂ ਹਰ ਕੋ ਨਾਮ। ਕਲਯੁਗ ਦੇ ਅੰਦਰ ਕੇਵਲ ਤੇ ਕੇਵਲ ਇੱਕ ਹਰੀ ਦਾ ਨਾਮ ਹੈ, ਵਾਹਿਗੁਰੂ ਦਾ ਨਾਮ ਹੈ, ਜਿਸ ਨਾਮ ਦੇ ਜਪਣੇ ਕਰਕੇ ਨਿਰਭਉ ਜਪੈ ਸਗਲ ਭਉ ਮਿਟੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ, ਕਲਯੁਗ ਦੇ ਵਿੱਚ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਦਾ ਨਾਮ ਹੈ, ਜਿਹਦੇ ਨਾਮ ਦੇ ਜਪਣੇ ਕਰਕੇ ਸਾਰੇ ਭੈ ਮਿਟ ਜਾਣਗੇ, ਸਾਰੇ ਦੁੱਖ ਟੁੱਟ ਜਾਣਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ, ਅਤੇ ਦੁਰਮਤ ਖੋਟੀ ਬੁੱਧ ਵੀ ਨਾਸ਼ ਹੋ ਜਾਵੇਗੀ। ਨਿਸ ਦਿਨ ਜੋ ਨਾਨਕ ਭਜੈ। ਮਹਾਰਾਜ ਜੀ ਕਹਿੰਦੇ ਜਿਹੜਾ ਨਿਸ ਰਾਤ ਨੂੰ ਵੀ ਤੇ ਦਿਨ ਦੇ ਵਕਤ ਵੀ ਜਿਹੜਾ ਹਰ ਵੇਲੇ ਵਾਹਿਗੁਰੂ ਦੇ ਨਾਮ ਦਾ ਭਜਨ ਕਰਦਾ ਹੈ, ਨਾਮ ਜਪਦਾ ਏ, ਸਫਲ ਹੋਏ ਤਿਹ ਕਾਮ। ਉਹਦੇ ਸਾਰੇ ਕੰਮ ਮਹਾਰਾਜ ਕਹਿੰਦੇ ਸਫਲ ਹੋ ਜਾਣਗੇ, ਉਹਦੇ ਸਾਰੇ ਕਾਰਜ ਪੂਰੇ ਹੋ ਜਾਣਗੇ। ਜਿਹੜਾ ਰਾਤ ਦਿਨ ਵਾਹਿਗੁਰੂ 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 ਜਪਦਾ ਪਿਆਰ ਦੇ ਨਾਲ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੇ ਸਾਰੇ ਕਾਰਜ ਪੂਰੇ ਹੋ ਜਾਣਗੇ। ਕਿਉਂਕਿ ਮਹਾਰਾਜ ਕਹਿੰਦੇ ਜਨ ਕੇ ਪੂਰਨ ਹੋਏ ਕਾਜ, ਕਲੀ ਕਾਲ ਮਹਾ ਵਿਖਿਆ ਮੈਂ ਲੱਜਾ ਰਾਖੀ ਰਾਮ। ਵਾਹਿਗੁਰੂ ਉਹਨਾਂ ਦੀ ਇੱਜ਼ਤ ਰੱਖ ਲੈਂਦਾ ਹੈ। ਹੇ ਮੇਰੇ ਮਨਾ, ਜੇ ਤੈਨੂੰ ਵੀ ਡਰ ਲੱਗਦਾ ਤੇ ਫਿਰ ਤੂੰ ਨਾਮ ਦੀ ਸ਼ਰਨ ਲੈ ਲੈ, ਵਾਹਿਗੁਰੂ ਦਾ ਭਜਨ ਕਰ ਰਾਤ ਦਿਨ। ਜੇ ਤੇਰੇ ਮਨ ਦੇ ਅੰਦਰ ਖੋਟੇ ਖਿਆਲ ਆਉਂਦੇ ਐ, ਬੁਰੀਆਂ ਗੱਲਾਂ ਆਉਂਦੀਆਂ ਨੇ, ਦੁਰਮਤ ਖੋਟੀ ਬੁੱਧੀ ਕਰਕੇ ਬੜਾ ਬਕਾਰੀ ਚਿੱਤ ਰਹਿੰਦਾ ਹੈ, ਤਾਂ ਵਾਹਿਗੁਰੂ ਦੀ ਸ਼ਰਨ ਲੈ ਲੈ, ਪਰਮੇਸ਼ਰ ਦਾ ਨਾਮ ਜਪ ਲੈ। ਕਿਉਂਕਿ ਜੇ ਰਾਤ ਦਿਨ ਜੇ ਭਜਨ ਵਿੱਚ ਜੁੜ ਗਿਆ ਨਾ, ਤਾਂ ਤੇਰਾ ਕੰਮ ਕੋਈ ਅਧੂਰਾ ਨਹੀਂ ਰਹੇਗਾ, ਸਾਰੇ ਤੇਰੇ ਕਾਰਜ ਪੂਰੇ ਹੋ ਜਾਣਗੇ। 20 ਸ਼ਲੋਕ ਅੱਜ ਸੰਪੂਰਨ ਹੋਏ ਹੈ। ਅੱਗੇ 21ਵੇਂ ਸ਼ਲੋਕ ਤੋਂ ਆਪਾਂ ਕੱਲ ਨੂੰ ਸਰਵਣ ਕਰਾਂਗੇ।
ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਗਰੀਬ ਨਵਾਜ ਜੀ ਦਾ ਅੰਮ੍ਰਿਤ ਪਵਿੱਤਰ ਉਪਦੇਸ਼ ਹਿਰਦੇ ਵਿੱਚ ਵਸੇ, ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਭੈ ਨਾਸਨ ਦੁਰਮਤ ਹਰਨ, ਕਲ ਮੈਂ ਹਰ ਕੋ ਨਾਮ। ਨਿਸ ਦਿਨ ਜੋ ਨਾਨਕ ਭਜੈ, ਸਫਲ ਹੋਏ ਤਿਹ ਕਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਘਰ ਨਉ ਨਿਦ ਆਵੈ ਧਾਏ, ਘਰ ਨਉ ਨਿਦ ਆਵੈ ਧਾਏ। ਘਰ ਨਾਉ ਨਿਦ ਆਵੈ ਧਾਏ, ਘਰ ਨਾਉ ਨਿਦ ਆਵੈ ਧਾਏ। ਘਰ ਨਉ ਨਿਦ ਆਵੈ ਧਾਏ, ਘਰ ਨਉ ਨਿਦ ਆਵੈ ਧਾਏ। ਘਰ ਨਾਉ ਨਿਦ ਆਵੈ ਧਾਏ, ਘਰ ਨਾਉ ਨਿਦ ਆਵੈ ਧਾਏ। ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।